प्यारे बच्चों, ਆਪਾਂ ਤੁਹਾਡੀ ਜਨਰਲ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚੋਂ ਪ੍ਰੇਮ ਪ੍ਰਕਾਸ਼ ਦੀ ਕਹਾਣੀ ਦਾ ਜਿਹੜਾ ਅਧਿਐਨ ਕੀਤਾ ਸੀ। ਇਹ ਕਹਾਣੀ ਮਾੜਾ ਬੰਦਾ ਸਿਰਲੇਖ ਨਾਂ ਹੇਠ ਕਹਾਣੀਕਾਰ ਨੇ ਜਿਹੜਾ ਹੈ ਉਹ ਦਰਜ ਕੀਤੀ ਹੈ। ਤੇ ਇਸ ਕਹਾਣੀ ਦੇ ਉੱਤੇ ਪਹਿਲਾਂ ਮੈਂ ਤੁਹਾਨੂੰ 2 ਲੈਕਚਰ ਦਿੱਤੇ ਸਨ ਤੇ ਅੱਜ ਮੈਂ ਤੁਹਾਨੂੰ ਤੀਸਰਾ ਲੈਕਚਰ ਦੇਣ ਜਾ ਰਿਹਾ ਹਾਂ। ਇਸ ਕਹਾਣੀ ਦਾ ਅਧਿਐਨ ਆਪਾਂ 2 ਲੈਕਚਰਾਂ ਵਿੱਚ ਮੁਕੰਮਲ ਕਰ ਰਿਹਾ ਸੀ ਤੇ ਹੁਣ ਤੁਹਾਡੀ ਪਾਠ ਪੁਸਤਕ ਦੇ ਅੰਤ ਦੇ ਵਿੱਚ ਜਿਹੜੇ ਦਿੱਤੇ ਗਏ ਪ੍ਰਸ਼ਨ ਨੇ ਇਹਨਾਂ ਦਾ ਜਿਹੜਾ ਹੈ ਆਪਾਂ ਅਧਿਐਨ ਜਿਹੜਾ ਹੈ ਉਹ ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਤੁਹਾਡਾ ਜਿਹੜਾ ਇਹ ਲੈਸਨ ਹੈ ਉਹ ਆਪਣੇ ਸਕੂਲ ਦੇ ਬਣੇ YouTube ਚੈਨਲ GSS ਬॉयਜ਼ ਸਕੂਲ ਗੁਰੂ ਔਰ ਸਹਾਈ ਦੇ ਜਿਹੜਾ ਹੈ ਉਹ ਨਾਂ ਤੇ ਬਣੇ YouTube ਚੈਨਲ ਦੇ ਉੱਤੇ ਅਪਲੋਡ ਕੀਤਾ ਜਾ ਰਿਹਾ ਹੈ ਤੇ ਤੁਸੀਂ ਜਿਹੜਾ ਹੈ ਇਸ ਜਿਹੜਾ ਹੈ ਉਹ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਇਸ ਨੂੰ ਸ਼ੇਅਰ ਕਰੋ, ਇਸ ਨੂੰ ਲਾਈਕ ਕਰੋ, ਆਪਣੇ ਯਾਰਾਂ ਦੋਸਤਾਂ ਨੂੰ ਜਿਹੜਾ ਹੈ ਉਹ ਇਸ ਦੇ ਲਿੰਕ ਭੇਜੋ ਤਾਂ ਜੋ ਜਿਹੜਾ ਕਰੋਨਾ ਵਰਗੀ ਮਹਾਮਾਰੀ ਦੇ ਵਿੱਚ ਜਿਹੜਾ ਹੈ ਸਮੁੱਚਾ ਵਿਦਿਆਰਥੀ ਵਰਗ ਆਪਣੇ ਘਰ ਬੈਠ ਕੇ ਤੇ ਜਿਹੜਾ ਹੈ ਸਟੱਡੀ ਕਰ ਸਕੇ। ਤੇ ਬੇਟਾ ਕੰਟੀਨਿਊ ਕਰਦੇ ਹਾਂ ਤੁਹਾਡੇ ਜਿਹੜੇ ਅਭਿਆਸ ਲਈ ਪ੍ਰਸ਼ਨ। ਪਹਿਲਾ ਜਿਹੜਾ ਪ੍ਰਸ਼ਨ ਹੈ ਵਸਤੂਨਿਸ਼ਟ ਪ੍ਰਸ਼ਨ, ਛੋਟੇ ਪ੍ਰਸ਼ਨਾਂ ਵਾਲੇ ਉੱਤਰ। ਹਾਂਜੀ, ਮਾੜਾ ਬੰਦਾ ਕਹਾਣੀ ਦੇ ਆਧਾਰ ਤੇ ਆਪਾਂ ਇਹ ਉੱਤਰ ਦੇਣੇ ਨੇ। ਊੜਾ ਭਾਗ ਹੈ ਮਾੜਾ ਬੰਦਾ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ? ਆਪਸ਼ਨਾਂ ਦਿੱਤੀਆਂ ਨੇ ਰਿਕਸ਼ੇ ਵਾਲਾ, ਲੇਖਕ ਦੀ ਪਤਨੀ, ਲੇਖਕ ਤੇ ਇੱਕ ਜਿਹੜਾ ਹੈ ਚੌਥੀ ਆਪਸ਼ਨ ਦਿੱਤੀ ਹੈ ਤਿੰਨਾਂ ਦੇ ਵਿੱਚੋਂ ਕੋਈ ਵੀ ਨਹੀਂ। ਤਾਂ ਬੇਟਾ ਆਪਾਂ ਸਾਰੀ ਕਹਾਣੀ ਹੈ ਪੜ੍ਹੀ ਹੈ ਤੇ ਇਸ ਕਹਾਣੀ ਦੇ ਵਿੱਚ ਜਿਹੜਾ ਹੈ ਮੈਨੂੰ ਜੋ ਮਹਿਸੂਸ ਹੋਇਆ ਹੈ, ਜੋ ਮੈਂ ਜਿਹੜਾ ਹੈ ਇਸ ਦੇ ਅਧਿਐਨ ਦੇ ਵਿੱਚੋਂ ਕੱਢਿਆ ਹੈ ਉਹ ਹੈ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਮਾੜਾ ਬੰਦਾ ਕੋਈ ਵੀ ਨਹੀਂ। ਕਿਉਂ ਕਿ ਰਿਕਸ਼ਾ ਵਾਲਾ ਜਿਹੜਾ ਹੈ ਉਹ ਆਪਣੀ ਥਾਂ ਤੇ ਠੀਕ ਹੈ, ਵੱਧ ਮਿਹਨਤ ਦੇ ਪੈਸੇ ਮੰਗ ਰਿਹਾ ਹੈ, ਉਸਨੇ ਮਿਹਨਤ ਜ਼ਿਆਦਾ ਕੀਤੀ ਹੈ। ਉਸਦੀ ਪਤਨੀ ਵੀ ਜਿਹੜੀ ਹੈ ਉਹ ਪੈਸੇ ਦੇਣੇ ਚਾਹੁੰਦੀ ਹੈ ਤੇ ਲੇਖਕ ਜਿਹੜਾ ਹੈ ਉਹ ਇਸ ਕਰਕੇ ਹੈ ਵੀ ਇਹ ਲੋਕ ਜਿਹੜੇ ਨੇ ਰਿਕਸ਼ੇ ਵਾਲੇ ਜਾਂ ਹੇਠਲੇ ਜਿਹੜੇ ਲੋਕ ਨੇ ਮਜ਼ਦੂਰ ਤਬਕਾ ਹੈ ਜਿਹੜਾ ਪਹਿਲਾਂ ਪੈਸੇ ਕੁਝ ਮੁਕਾਉਂਦੇ ਨੇ ਤੇ ਜਦੋਂ ਪੈਸੇ ਲੈਂਦੇ ਨੇ ਉਦੋਂ ਫਿਰ ਇਹ ਆਪਣੇ ਮਨ ਮਰਜ਼ੀ ਦੇ ਪੈਸੇ ਲੈਂਦੇ ਨੇ। ਇਸ ਕਰਕੇ ਤਿੰਨਾਂ ਦੇ ਵਿੱਚੋਂ ਅਸੀਂ ਮਾੜਾ ਬੰਦਾ ਕਿਸੇ ਨੂੰ ਵੀ ਨਹੀਂ ਠਹਿਰਾ ਸਕਦੇ, ਮਾੜਾ ਕਿਸੇ ਨੂੰ ਨਹੀਂ ਦੱਸ ਸਕਦੇ। ਅੱਗੇ ਆੜਾ ਭਾਗ ਲੇਖਕ ਦੀ ਪਤਨੀ ਬੇਚੈਨ ਸੀ ਕਿਉਂਕਿ ਰਿਕਸ਼ੇ ਵਾਲੇ ਨੇ ਪੈਸੇ ਵਗਾ ਮਾਰੇ ਸਨ ਤੇ ਸੈਕੰਡ ਆਪਸ਼ਨ ਜਿਹੜੀ ਹੈ ਉਹ ਉਸਨੇ ਰਿਕਸ਼ਾ ਵਾਲੇ ਨੂੰ ਤੈਅ ਕੀਤੇ ਪੈਸਿਆਂ ਤੋਂ ਘੱਟ ਪੈਸੇ ਦਿੱਤੇ ਸਨ। ਹਾਂ ਬੇਟਾ, ਇਹਦੇ ਵਿੱਚ ਮਤਲਬ ਜਿਹੜਾ ਹੈ ਵੀ ਇਸ ਦੀ ਬੇਚੈਨੀ ਦਾ ਕਾਰਨ ਇਹ ਸੀ ਕਿ ਰਿਕਸ਼ੇ ਵਾਲੇ ਨੇ ਪੈਸੇ ਵਗਾ ਕੇ ਮਾਰੇ ਸਨ। ਤੇ ਅੱਗੇ ਬੇਟਾ ਇਹ ਜਿਹੜੀ ਹੈ ਉਹ ਆਪਣੇ ਸੱਸਾ ਭਾਗਾਂ ਦਾ ਪਹਿਲਾਂ ਕਰਾਂਗੇ। ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਉਂ ਹੋਇਆ? ਪਹਿਲੀ ਆਪਸ਼ਨ ਹੈ ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸੇ ਮੰਗਦਾ ਸੀ ਤੇ ਦੂਜਾ ਭਾਗ ਹੈ ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ। ਹਾਂ ਬੇਟਾ, ਇਹਦਾ ਵਿੱਚ ਠੀਕ ਦੂਜੀ ਆਪਸ਼ਨ ਹੈ ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ। ਇਹ ਠੀਕ ਹੈ। ਹੁਣ ਬੇਟਾ ਆਪਾਂ ਜਿਹੜਾ ਹੈ ਇਸ ਦਾ ਜਿਹੜਾ ਹੈ ਬਾਕੀ ਜਿਹੜੇ ਨੇ ਪ੍ਰਸ਼ਨ ਕਰਦੇ ਹਾਂ। ਬਾਕੀ ਪ੍ਰਸ਼ਨਾਂ ਦੇ ਵਿੱਚ ਆਪਾਂ ਜਿਹੜਾ ਹੈ ਵੀ ਉਹ ਦੇਖਦੇ ਹਾਂ ਕਿ ਜਿਹੜਾ ਹੈ ਪਹਿਲਾ ਜਿਹੜਾ ਪ੍ਰਸ਼ਨ ਹੈ ਲੇਖਕ ਦੇ ਰਿਕਸ਼ੇ ਵਾਲੇ ਬਾਰੇ ਕੀ ਵਿਚਾਰ ਹਨ? ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਇੱਥੇ ਬੇਟਾ ਆਪਾਂ ਦੱਸਣਾ ਹੈ ਵੀ ਕੀ ਵਿਚਾਰ ਨੇ। ਲੇਖਕ ਨੂੰ ਰਿਕਸ਼ੇ ਵਾਲਾ ਸ਼ਕਲ ਤੋਂ ਕਾਤਲ, ਕਮੀਨਾ, ਲੁਟੇਰਾ ਜਾਪਦਾ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਕੋਈ ਚੰਗਾ ਕੰਮ ਕਰਦਾ ਹੀ ਨਾ ਹੋਵੇ। ਉਸ ਨੂੰ ਜਾਪਦਾ ਸੀ ਕਿ ਉਸ ਦੀ ਪਤਨੀ ਤੋਂ ਉਸ ਦੀ ਮੰਗ ਅਨੁਸਾਰ ਪੈਸੇ ਨਾ ਜਿਹੜਾ ਹੈ ਉਹ ਮਿਲਣ ਕਰਕੇ ਉਹ ਉਹਨਾਂ ਨਾਲ ਕੁਝ ਬੁਰਾ ਕਰੇਗਾ। ਦਿਨ ਬੇਟਾ ਅਗਲਾ ਜਿਹੜਾ ਆਪਾਂ ਜਿਹੜਾ ਪ੍ਰਸ਼ਨ ਕਰਨ ਜਾ ਰਹੇ ਹਾਂ ਉਹ ਜਾ ਰਹੇ ਹਾਂ ਆਪਣੇ ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ? ਹਾਂ ਵੀ ਕਿਸ ਨੂੰ ਬੇਟਾ ਉਹ ਕਰ ਰਿਹਾ ਸੀ? ਲੇਖਕ ਜਿਹੜਾ ਹੈ ਆਪਣੇ ਭੂਆ ਦੇ ਮੁੰਡੇ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ਜੋ ਇਸ ਕਹਾਣੀ ਦੇ ਵਿੱਚ ਆਇਆ ਹੈ। ਅੱਗੇ ਬੇਟਾ ਆਪਾਂ ਗੱਲ ਕਰਾਂਗੇ ਅਗਲੇ ਪ੍ਰਸ਼ਨ ਦੀ
ਵੀ ਰਿਕਸ਼ੇ ਵਾਲੇ ਦੀ ਦਿੱਖ ਅਤੇ ਉਸ ਤੋਂ ਉਤਪੰਨ ਹੋਣ ਵਾਲੇ ਪ੍ਰਭਾਵ ਬਾਰੇ ਉੱਤਮ ਪੁਰਖੀ ਪਾਤਰ, ਉੱਤਮ ਪੁਰਖ ਕੀ ਹੁੰਦਾ? ਫਸਟ ਪਰਸਨ ਹੁੰਦਾ ਹੈ, ਤੇ ਜਿਹੜਾ ਵਿਅਕਤੀ ਗੱਲ ਕਰ ਰਿਹਾ ਹੁੰਦਾ ਹੈ ਉਸ ਨੂੰ ਅਸੀਂ ਉੱਤਮ ਪੁਰਖ ਕਹਿੰਦੇ ਆ, ਯਾਨੀ ਕਿ ਫਸਟ ਪਰਸਨ ਕਹਿੰਦੇ ਆ। ਜਿੰਦੇ ਨਾਲ ਗੱਲ ਕਰ ਰਹੇ ਹੁੰਦੇ ਆ ਉਹ ਜਿਹੜਾ ਹੈ ਉਹ ਮੱਧਮ ਪੁਰਖ ਹੁੰਦਾ ਹੈ, ਸੈਕੰਡ ਪਰਸਨ ਹੁੰਦਾ ਹੈ, ਤੇ ਜਿਸ ਦੇ ਬਾਰੇ ਗੱਲ ਕੀਤੀ ਜਾ ਰਹੀ ਹੁੰਦੀ ਹੈ ਉਹ ਥਰਡ ਪਰਸਨ ਹੁੰਦਾ ਹੈ, ਯਾਨੀ ਕਿ ਅੰਨ੍ਹੇ ਪੁਰਖ ਹੁੰਦਾ ਹੈ। ਤੇ ਲੇਖਕ ਇਸ ਦੇ ਵਿੱਚ ਜਿਹੜਾ ਹੈ ਬੇਟਾ ਜਿਹੜਾ ਮੰਨਿਆ ਗਿਆ ਹੈਗਾ ਵੀ ਲੇਖਕ ਜਿਹੜਾ ਹੈ ਉਹ ਉੱਤਮ ਜਿਹੜਾ ਹੈ ਪੁਰਖ ਹੈ। ਰਿਕਸ਼ੇ ਵਾਲੇ ਦੀ ਭੈੜੀ ਬਸ਼ਰਟ ਉੱਤੇ ਪਿੱਠ ਵਾਲੀ ਥਾਂ ਅਤੇ ਸੱਜੇ ਮੋਢੇ ਤੇ ਹੱਡੀ ਤੱਕ ਹੋਰ ਹੀ ਰੰਗ ਦੀ ਟਾਕੀ ਲੱਗੀ ਹੋਈ ਸੀ ਤੇ ਕੱਛੇ ਹੇਠ ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਤੇ ਵਾਲ ਮੈਲੇ ਤੇ ਉਲਝੇ ਹੋਏ ਸਨ ਤੇ ਉਸ ਨੂੰ ਦੇਖ ਕੇ ਹੀ ਦਿਲ ਖਰਾਬ ਹੁੰਦਾ ਸੀ। ਜੇ ਉਸ ਦੀ ਫੋਟੋ ਖਿੱਚ ਕੇ ਅਖਬਾਰ ਵਿੱਚ ਛਾਪੀ ਜਾਵੇ ਤੇ ਹੇਠਾਂ ਲਿਖ ਦਿੱਤਾ ਜਾਵੇ ਕਿ ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ, ਉਸ ਦੀ ਪਤਨੀ ਅਤੇ ਇਕਲੌਤੇ ਪੁੱਤਰ ਨੂੰ ਕਤਲ ਕਰਨ ਪਿੱਛੋਂ ਸਾਰੇ ਗਹਿਣੇ ਲੈ ਕੇ ਦੌੜ ਗਿਆ ਹੈ, ਤਾਂ ਸਾਰੇ ਲੋਕ ਸੱਚ ਮੰਨ ਲੈਣਗੇ ਤੇ ਉਸ ਦੀਆਂ ਭੁੱਖੀਆਂ ਤੇ ਕਮੀਨੀਆਂ ਨਜ਼ਰਾਂ ਇਸ ਤਰ੍ਹਾਂ ਵੇਖ ਰਹੀਆਂ ਸਨ ਜਿਸ ਤਰ੍ਹਾਂ ਕੁਝ ਵੇਖਿਆ ਹੀ ਉਸਨੇ ਨਹੀਂ ਹੁੰਦਾ। ਹਾਂ ਬੇਟਾ, ਇਹਦੇ ਵਿੱਚ ਜਿਹੜਾ ਹੈ ਉਹ ਕਹਾਣੀਕਾਰ ਜਿਹੜਾ ਹੈ ਉਸ ਰਿਕਸ਼ੇ ਵਾਲੇ ਦਾ ਜਿਹੜਾ ਹੁਲੀਆ, ਉਸ ਦੀ ਦਿੱਖ ਜਿਹੜੀ ਉਸ ਦੇ ਬਾਰੇ ਵਰਣਨ ਕਰ ਰਿਹਾ ਹੈ ਤੇ ਜਿਸ ਤੋਂ ਜਾਪਦਾ ਹੈ ਵੀ ਇਹ ਕੋਈ ਕਾਤਲ ਲੱਗਦਾ ਹੈ ਜਾਂ ਕੋਈ ਅਪਰਾਧੀ ਲੱਗਦਾ ਹੈ ਤੇ ਲੋਕ ਉਸ ਦੀ ਦਿੱਖ ਨੂੰ ਵੇਖ ਕੇ ਮੰਨ ਵੀ ਲੈਣਗੇ। ਹਾਂ ਬੇਟਾ, ਅੱਗੇ ਜਿਹੜੀ ਹੈ ਆਪਾਂ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਦੀ। ਕੀ ਰਿਕਸ਼ੇ ਵਾਲਾ ਤੁਹਾਨੂੰ ਮਾੜਾ ਬੰਦਾ ਲੱਗਦਾ ਹੈ? ਹਾਂਜੀ, ਰਿਕਸ਼ੇ ਵਾਲਾ ਇਸ ਕਰਕੇ ਮਾੜਾ ਬੰਦਾ ਹੈ ਕਿਉਂਕਿ ਉਹ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਣ ਲਈ ਨਿਮਰਤਾ ਜਾਂ ਮਿੰਤ ਦੀ ਥਾਂ ਕ੍ਰੋਧ ਅਤੇ ਜਿੱਦ ਤੋਂ ਕੰਮ ਲੈਂਦਾ ਹੈ। ਪਰ ਉਹ ਇਸ ਕਰਕੇ ਮਾੜਾ ਬੰਦਾ ਵੀ ਨਹੀਂ ਹੈ ਕਿਉਂਕਿ ਉਹ ਆਪਣੇ ਹੱਕ ਲਈ ਰੋਹ ਤੇ ਰੰਜ ਦਾ ਦਿਖਾਵਾ ਕਰਦਾ ਹੈ। ਰੋਹ ਹੁੰਦਾ ਗੁੱਸਾ, ਰੰਜ ਹੁੰਦਾ ਸ਼ਿਕਵਾ, ਗਿਲਾ ਸ਼ਿਕਵਾ, ਤੇ ਆਪਣੇ ਸਵੈਮਾਨ ਨੂੰ ਕਾਇਮ ਰੱਖਦਿਆਂ ਕਹਾਣੀਕਾਰ ਦੇ ਘਰ ਦੇ ਵੱਲ ਨੂੰ ਦੇਖਦਾ ਹੈ। ਹਾਂ ਬੇਟਾ, ਅੱਗੇ ਆਪਾਂ ਜਿਹੜੀ ਉਹ ਗੱਲ ਕਰਾਂਗੇ। ਰਿਕਸ਼ੇ ਵਾਲੇ ਨੂੰ ਨਾ ਦਿੱਤੇ ਜਾ ਸਕਣ ਵਾਲੇ 3 ਰੁਪਇਆਂ ਦੇ ਬੋਝ ਤੋਂ ਮੁਕਤ ਹੋਣ ਲਈ ਪਤੀ ਪਤਨੀ ਕੀ ਤਰਕੀਬ ਸੋਚਦੇ ਹਨ? ਤਰਕੀਬ ਹੁੰਦਾ ਯੋਜਨਾ, ਵੀ ਕੀ ਯੋਜਨਾ ਬਣਾਉਂਦੇ ਨੇ, ਕਿਉਂਕਿ ਰਿਕਸ਼ਾ ਵਾਲਾ ਜਿਹੜਾ ਹੈ ਉਹ ਬਿਨਾਂ ਪੈਸੇ ਲਏ ਹੀ ਚਲਿਆ ਜਾਂਦਾ ਹੈ ਤੇ ਲੇਖਕ ਤੇ ਉਸ ਦੀ ਪਤਨੀ ਨੂੰ ਉਹਨਾਂ ਦੀ ਆਤਮਾ ਝੰਜੋੜਦੀ ਹੈ ਵੀ ਉਸ ਦੇ ਨਾਲ ਤਾਂ 2 ਰੁਪਏ ਤੈਅ ਕੀਤੇ ਸਨ ਲੇਕਿਨ ਉਹ ਸਾਰੇ ਪੈਸੇ ਛੱਡ ਕੇ ਚਲਾ ਗਿਆ ਹੈ ਤੇ ਉਹ ਇਸ ਕਰਕੇ ਉਹ ਉਹਨਾਂ ਦੀ ਆਤਮਾ ਜਿਹੜੀ ਹੈ ਉਹ ਉਹਨਾਂ ਨੂੰ ਜਿਹੜਾ ਹੈ ਪਾਪੀ ਸਮਝਦੀ ਹੈ ਤੇ ਇਸ ਤੋਂ ਬਚਣ ਲਈ ਉਹ ਜਿਹੜੇ ਨੇ ਯੋਜਨਾ ਜਿਹੜੀ ਹੈ ਉਹ ਬਣਾਉਂਦੇ ਹਨ। ਪਤਨੀ ਕਹਿੰਦੀ ਹੈ ਕਿ ਉਹ ਰਿਕਸ਼ੇ ਵਾਲੇ ਨੂੰ ਨਾ ਦਿੱਤੇ ਜਾ ਸਕਣ ਵਾਲੇ 3 ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ। ਜਦੋਂ ਪਤੀ ਪੁੱਛਦਾ ਹੈ ਕਿ ਜਿਹੜੇ 50 ਪੈਸੇ ਉਸਨੇ ਰਿਕਸ਼ੇ ਵਾਲੇ ਨੂੰ ਵੱਧ ਦੇਣੇ ਸਨ ਉਹਨਾਂ ਦਾ ਕੀ ਕਰੇਗੀ? ਅੱਛਾ, ਪਤਨੀ ਉੱਤਰ ਦਿੰਦੀ ਹੈ ਕਿ ਉਹ ਅੱਡੇ ਵਾਲੇ ਮੰਗਤੇ ਦੀ ਤਲੀ ਉੱਤੇ ਧਰ ਦੇਣਗੇ, ਭਾਵ ਕਿ ਉਹ ਆਪਦੇ ਕੋਲ ਇਸ ਤਰ੍ਹਾਂ ਦਾ ਪੈਸਾ ਨਹੀਂ ਰੱਖਣਗੇ। ਪਰ ਸਾਨੂੰ ਇੱਥੇ ਸੋਚਣਾ ਚਾਹੀਦਾ ਹੈ ਵੀ ਜੇਕਰ ਕਿਸੇ ਦਾ ਹੱਕ ਮਾਰ ਕੇ ਤੇ ਜੇਕਰ ਅਸੀਂ ਕੋਈ ਪੁੰਨ ਦਾਨ ਕਰਕੇ ਉਹਨਾਂ ਪੈਸਿਆਂ ਦਾ ਤੇ ਜੇਕਰ ਆਪਣੇ ਆਪ ਨੂੰ ਸੁਰਖਰੂ ਸਮਝੀਏ, ਜਿਹੜਾ ਹੈ ਆਪਣੇ ਆਪ ਨੂੰ ਜਿਹੜਾ ਹੈ ਉਹ ਨਿਰ ਅਪਰਾਧ ਹੋਣ ਦਾ ਸਰਟੀਫਿਕੇਟ ਆਪਣੇ ਆਪ ਨੂੰ ਆਪੇ ਹੀ ਦੇ ਲਈਏ ਤਾਂ ਇਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਉਹ ਠੀਕ ਗੱਲ ਨਹੀਂ ਹੋਏਗੀ। ਹਾਂ ਬੇਟਾ, ਅਗਲਾ ਪ੍ਰਸ਼ਨ ਹੈਗਾ ਹੈ, ਰਿਕਸ਼ੇ ਵਾਲੇ ਦੀ ਕਿਹੜੀ ਗੱਲ ਉੱਤੇ ਕਹਾਣੀਕਾਰ ਨੂੰ ਵੱਧ ਗੁੱਸਾ ਆਉਂਦਾ ਹੈ? ਕਹਾਣੀਕਾਰ ਨੇ ਜਦੋਂ ਰਿਕਸ਼ੇ ਵਾਲੇ ਨੂੰ ਆਪਣੀ ਪਤਨੀ ਦੁਆਰਾ ਫੜਾਏ ਰੁਪਏ ਬੁੜਬੁੜ ਕਰਦਿਆਂ ਵਗਾਹ ਮਾਰਦਿਆਂ ਦੇਖਿਆ ਤਾਂ ਉਸ ਨੂੰ ਗੁੱਸਾ ਚੜ ਗਿਆ। ਉਸ ਦਾ ਦਿਲ ਕੀਤਾ ਸੀ ਕਿ ਉਹ ਉਸ ਨੂੰ ਵਾਲਾਂ ਤੋਂ ਫੜ ਕੇ ਹੇਠਾਂ ਸੁੱਟ ਲਵੇ ਅਤੇ ਉਸ ਦੀਆਂ ਕਾਨਿਆਂ ਵਰਗੀਆਂ ਬਾਹਾਂ ਨੂੰ ਮਰੋੜ ਸੁੱਟੇ। ਹਾਂ ਬੇਟਾ, ਇਹ ਜਿਹੜਾ ਹੈ ਅੱਗੇ ਆਪਾਂ ਕੁਝ ਆਪਾਂ ਪ੍ਰਸ਼ਨ ਕਰਦੇ ਹਾਂ। ਇਸ ਦੇ ਵਿੱਚ ਜਿਹੜਾ ਕੁਝ ਪਾਤਰ ਆਏ ਨੇ, ਇਹਨਾਂ ਪਾਤਰਾਂ ਦੇ ਚਿਤਰਨ ਦੀ ਵੀ ਆਪਾਂ ਚਰਚਾ ਕਰਦੇ ਹਾਂ ਵੀ ਕਿਸ ਤਰ੍ਹਾਂ ਉੱਗੜ ਕੇ ਆਏ ਨੇ ਪਾਤਰ ਇਸ ਦੇ ਵਿੱਚ। ਇੱਕ ਬੇਟਾ ਇਸ ਦੇ ਵਿੱਚ ਰਿਕਸ਼ੇ ਵਾਲੇ ਦਾ ਪਾਤਰ ਜਿਹੜਾ ਇਸ ਕਹਾਣੀ ਦੇ ਵਿੱਚ ਆਇਆ ਹੈ ਤੇ ਰਿਕਸ਼ੇ ਵਾਲੇ ਦੇ ਜਿਹੜਾ ਹੈ ਉਹ ਪਾਤਰ ਦਾ ਜਿਹੜਾ ਹੈ ਇਸ ਤਰ੍ਹਾਂ ਜੋ ਜਿਹੜਾ ਸਾਡੇ ਸਾਹਮਣੇ ਉਹਦਾ ਚਰਿੱਤਰ ਉੱਗੜ ਕੇ ਆਉਂਦਾ ਹੈ ਉਹ ਹੁੰਦਾ ਹੈ ਕਿ ਮਾੜਾ ਬੰਦਾ ਹੈ। ਉਹ ਮਾੜਾ ਬੰਦਾ ਇਸ ਕਰਕੇ ਹੈ ਵੀ ਪੈਸੇ ਮੁਕਾਉਂਦਾ ਕੁਝ ਹੈ ਤੇ ਲੈਂਦਾ ਕੁਝ ਹੈ, ਪਰੰਤੂ ਮੈਂ ਪਹਿਲਾਂ ਹੀ ਦੱਸਿਆ ਮਾੜਾ ਬੰਦਾ ਇਸ ਕਰਕੇ ਵੀ ਨਹੀਂ ਹੈਗਾ ਕਿ ਸ਼ਾਇਦ ਉਸਨੇ ਆਪਣੀ ਮਿਹਨਤ ਮੰਗੀ ਸੀ ਤੇ ਉਹ ਜਿਹੜਾ ਆਪਣੀ ਮਿਹਨਤ ਛੱਡਣ ਨੂੰ ਤਿਆਰ ਨਹੀਂ ਸੀ, ਝਗੜਾਲੂ ਹੈ। ਉਹ
ਇਹ ਜਿਹੜਾ ਹੈ ਆਪਣੇ ਤੈਅ ਪੈਸਿਆਂ ਤੋਂ ਵੱਧ ਪੈਸੇ ਲੈਣ ਦੇ ਲਈ ਜਿਹੜਾ ਹੈ ਝਗੜਾ ਕਰਦਾ ਹੈ, ਪੈਸੇ ਵਗਾ ਕੇ ਮਾਰਦਾ ਹੈ। ਨਾਲ ਉਹ ਲੇਖਕ ਨੂੰ ਕਹਿੰਦਾ ਹੈ ਵੀ ਅਸੀਂ ਤਾਂ ਗਰੀਬ ਬੰਦੇ ਆ ਤੇ ਗਰੀਬ ਬੰਦਿਆਂ ਦੇ ਨਾਲ ਤਾਂ ਅਨਿਆਂ ਕਰਨਾ ਜਿਹੜਾ ਹੈ ਉਹ ਬਹੁਤ ਸੌਖਾ ਹੁੰਦਾ ਹੈ। ਇਹ ਸੱਚ ਹੈ ਵੀ, ਕਿਉਂਕਿ ਜਿਹੜੀ ਮੱਧ ਵਰਗ ਸ਼੍ਰੇਣੀ ਹੈ ਉਹ ਹੇਠਲੀ ਸ਼੍ਰੇਣੀ ਦੇ ਨਾਲ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਜਾ ਕੇ ਜਿਹੜਾ ਹੈ ਉਹ ਉਹਨਾਂ ਨੂੰ ਆਪਣੇ ਅਨਿਆਂ ਦਾ ਸ਼ਿਕਾਰ ਤਾਂ ਬਣਾਉਂਦੀ ਹੀ ਹੈ। ਮੂਰਖ ਇਸ ਕਰਕੇ ਹੈ ਕਿ ਜਿਹੜੇ 2 ਰੁਪਏ ਉਹਨੂੰ ਜੋ ਮਿਲਦਾ ਸੀ ਉਹ ਉਸਨੂੰ ਲੈ ਕੇ ਉੱਥੋਂ ਚਲੇ ਜਾਣਾ ਚਾਹੀਦਾ ਸੀ। ਉਸਨੂੰ ਗਰੀਬ ਹੋਣ ਦੇ ਬਾਵਜੂਦ ਜਿਹੜਾ ਉਸਨੇ 2 ਰੁਪਏ ਛੱਡੇ ਉਹ ਉਸਨੂੰ ਨਹੀਂ ਸਨ ਛੱਡਣੇ ਚਾਹੀਦੇ, ਕਿਉਂਕਿ ਉਹ ਇਸ ਤਰ੍ਹਾਂ ਦੇ ਪੈਸੇ ਜਿਹੜੇ ਨੇ ਉਹ ਬਾਹਰ ਮਤਲਬ ਜਿਹੜਾ ਹੈ ਉਹ ਜਿਹੜੇ ਨੇ ਉਹ ਉਸ ਦੀ ਜਿਹੜੀ ਹੈ ਘਰ ਦੀ ਮਤਲਬ ਜਿਹੜੀ ਆਰਥਿਕ ਮੰਦੀ ਜਿਹੜੀ ਕੁਝ ਠੀਕ ਹੋਣੀ ਸੀ ਉਹ ਨਹੀਂ ਜਿਹੜੀ ਸੀ ਉਹ ਠੀਕ ਹੋ ਸਕੀ ਸੀ। ਗਰੀਬ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਉਹ ਗਰੀਬ ਹੈ ਤੇ ਗਰੀਬ ਗਰੂਬਾ ਬੰਦਾ ਹੀ ਜਿਹੜਾ ਹੈ ਉਹ ਰਿਕਸ਼ਾ ਚਲਾਉਣ ਵਗੈਰਾ ਦਾ ਕੰਮ ਕਰਦਾ ਹੈ। ਟਾਕੀਆਂ ਵਾਲੇ ਕੱਪੜੇ ਪਾਏ ਹੋਣਾ ਤੇ ਉਸ ਦਾ ਜਿਹੜਾ ਹੈ ਉਹ ਅਪਰਾਧੀਆਂ ਵਰਗਾ ਉਸ ਦਾ ਹੁਲੀਆ ਹੋਣਾ, ਮੇਲੇ ਕੁਛ ਵਾਲੇ ਕੱਪੜੇ ਪਾਏ ਹੋਣਾ, ਵਾਲ ਕੋਈ ਉਲਝੇ ਵਗੈਰਾ ਹੋਣਾ, ਇਹ ਸੰਕੇਤ ਕਰਦਾ ਹੈ ਵੀ ਉਹ ਜਿਹੜਾ ਸੀ ਉਹ ਬੰਦਾ ਜਿਹੜਾ ਸੀ ਉਹ ਬਹੁਤ ਜ਼ਿਆਦਾ ਗਰੀਬ ਸੀ। ਉਸ ਦੇ ਕੋਲ ਨਹਾਉਣ ਜੋਗੇ ਪੈਸੇ ਵੀ ਨਹੀਂ ਸਨ। ਅਗਲਾ ਪਾਤਰ ਬੇਟਾ ਕਹਾਣੀਕਾਰ ਦਾ ਹੈ। ਕਹਾਣੀਕਾਰ ਦੇ ਵਿੱਚ ਵੇਖਦੇ ਹਾਂ ਮੱਧ ਵਰਗੀ ਹਉਮੈ ਵਾਲਾ। ਕਹਾਣੀਕਾਰ ਮੱਧ ਵਰਗੀ ਜਿਹੜਾ ਹੈ ਉਹ ਹਉਮੈ ਰੱਖਦਾ ਹੈ, ਉਸ 'ਚ ਹੰਕਾਰ ਹੈ, ਉਸ ਦੇ ਕੋਲ ਕੁਝ ਨਾ ਕੁਝ ਪੈਸੇ ਹਨ ਤੇ ਉਹ ਜਿਹੜਾ ਹੈ ਨਜਾਇਜ਼ ਪੈਸੇ ਵੀ ਨਹੀਂ ਦੇਣੇ ਚਾਹੁੰਦਾ, ਪਰੰਤੂ ਜਿਹੜਾ ਹੈ ਉਹ ਜਾਇਜ਼ ਪੈਸੇ ਵੀ ਜਿਹੜਾ ਹੈ ਉਸ ਨੂੰ ਬੜਾ ਗੁੱਸਾ ਆਉਂਦਾ ਹੈ ਜਦੋਂ ਰਿਕਸ਼ੇ ਵਾਲਾ ਜਿਹੜਾ ਹੈ ਕੁਝ ਆਪਣੀ ਵੱਧ ਜਿਹੜੀ ਮਿਹਨਤ ਮੰਗਦਾ ਹੈ, ਪਰੰਤੂ ਉਸ ਦੀ ਹਉਮੈ ਜਿਹੜੀ ਹੈ ਉਹ ਉਸ ਨੂੰ ਇਹ ਜੀਣ ਨਹੀਂ ਦਿੰਦੀ। ਜਿਹੜਾ ਹੈ ਉਹ ਸੋਚਣ ਲਈ ਮਜਬੂਰ ਕਰਦੀ ਹੈ ਵੀ ਇਹ ਲੋਕ ਜਿਹੜੇ ਨੇ ਉਹ ਆਪਣੇ ਸ਼ਰਾਬ ਵਗੈਰਾ ਦੇ ਲਈ ਜਿਹੜਾ ਹੈ ਪੈਸੇ ਖਰਚ ਕਰ ਦਿੰਦੇ ਨੇ, ਪਰੰਤੂ ਇਹ ਜਿਹੜਾ ਹੈ ਉਹ ਬੰਦਾ ਠੀਕ ਨਹੀਂ ਹੈ। ਇਸ ਦੇ ਕੋਲ ਕੋਈ ਇੱਕ ਹੋਰ ਅਸਵਾਰੀ ਆਈ ਸੀ, ਕੋਈ ਉਸ ਨੂੰ ਜਿਹੜਾ ਹੈ ਉਹਦੇ ਤੋਂ ਪੈਸੇ ਮਿਲਦੇ, ਕੁਝ ਇਹਦੇ ਤੋਂ ਮਿਲਦੇ। ਇਸ ਕਮਲੇ ਨੇ ਆਪਦੇ ਐਵੇਂ 50 ਰੁਪਏ ਦਾ ਨੁਕਸਾਨ ਕੀਤਾ ਹੈ ਜਿਹੜਾ ਕਿ ਇਸ ਨੂੰ ਨਹੀਂ ਕਰਨਾ ਚਾਹੀਦਾ ਸੀ। ਇਹ ਸੋਚ ਹੈ। ਬੇਚੈਨ ਹੈ, ਉਹ ਬੇਚੈਨ ਵੀ ਹੋ ਜਾਂਦਾ ਹੈ ਜਦੋਂ ਰਿਕਸ਼ੇ ਵਾਲਾ ਪੈਸਾ ਨਹੀਂ ਲੈਂਦਾ ਤੇ ਜਿੰਨੀ ਦੇਰ ਤੱਕ ਉਹ ਬੂਹੇ ਦੇ ਕੋਲੋਂ ਜਿਹੜਾ ਹੈ ਉੱਥੋਂ ਨਹੀਂ ਜਾਂਦਾ ਉਹ ਬੇਚੈਨ ਰਹਿੰਦਾ ਹੈ। ਉਹ ਜਿਹੜੀ ਚਿੱਠੀ ਲਿਖਦਾ ਹੈ ਉਹ ਚਿੱਠੀ ਜਿਹੜੀ ਉਹ ਲਿਖ ਹੀ ਨਹੀਂ ਪਾਉਂਦਾ, ਉਸ ਦੇ ਪੂਰੀ ਚਿੱਠੀ ਨਹੀਂ ਉਹ ਚਿੱਠੀ ਪੂਰੀ ਨਹੀਂ ਕਰ ਸਕਦਾ ਜਿਹੜੀ ਕਿ ਉਸ ਦੇ ਆਪਣੇ ਭੂਆ ਦੇ ਪੁੱਤਰ ਨੂੰ ਉਹ ਲਿਖ ਰਿਹਾ ਹੈ। ਹਾਂ ਬੇਟਾ, ਅੱਗੇ ਮਤਲਬ ਜਿਹੜਾ ਡਰਪੋਕ ਦੀ ਗੱਲ ਕਰ ਲਈ, ਬੇਚੈਨ ਦੀ ਗੱਲ ਕਰ ਲਈ। ਮਾੜਾ ਬੰਦਾ ਕੁਝ ਇੱਕ ਮਾੜੇ ਬੰਦੇ ਵਾਲੇ ਗੁਣ ਉਸ ਦੇ ਵਿੱਚ ਵੀ ਹਨ, ਕਿਉਂਕਿ ਉਹ ਕਿਸੇ ਦੇ ਜਿਹੜੇ ਹੱਕ ਨੂੰ ਜਿਹੜਾ ਹੈ ਉਹ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਹ ਸਿਨੇਮਾ ਦੇਖਦਾ ਹੈ, ਸਿਗਰਟਾਂ ਵਗੈਰਾ ਜਿਹੜਾ ਪੀਂਦਾ ਹੈ ਤਾਂ ਉਸ ਨੂੰ ਇਹ ਸਮਝੌਤਾ ਕਰ ਲੈਣਾ ਚਾਹੀਦਾ ਸੀ ਵੀ ਚਲੋ ਕੁਝ ਨਾ ਕੁਝ ਪੈਸੇ ਦੇ ਕੇ ਤੇ ਆਪਸ ਦੇ ਵਿੱਚ ਜਿਹੜਾ ਹੈ ਉਸ ਜਿਹੜਾ ਹੈ ਸੁਲ੍ਹਾ ਸਫਾਈ ਕਰ ਲਈ ਜਾਵੇ, ਪਰੰਤੂ ਲੇਖਕ ਇਸ ਬੰਨੇ ਨਹੀਂ ਆਉਂਦਾ, ਉਲਟਾ ਦਾ ਰਿਕਸ਼ੇ ਵਾਲੇ ਨੂੰ ਹੀ ਮਾੜਾ ਭਲਾ ਜਿਹੜਾ ਹੈ ਬੋਲਦਾ ਰਹਿੰਦਾ ਹੈ। ਅੱਗੇ ਬੇਟਾ ਇੱਕ ਚਰਿੱਤਰ ਆਇਆ ਪਤਨੀ ਦਾ, ਜਿਹੜਾ ਲੇਖਕ ਦੀ ਪਤਨੀ ਦਾ। ਉਹ ਬੇਚੈਨ ਹੋ ਜਾਂਦੀ ਹੈ, ਉਹ ਪੈਸੇ ਨਹੀਂ ਲੈਂਦਾ, ਜਿਹੜਾ ਹੈ ਤੈਅ ਕੀਤੇ ਹੋਏ ਵਗਾ ਕੇ ਮਾਰਦਾ ਹੈ। ਉਸ ਨੂੰ ਇਸ ਗੱਲ ਤੋਂ ਬੇਚੈਨੀ ਹੋ ਜਾਂਦੀ ਹੈ ਕਿਉਂਕਿ ਵੀ ਇਸ ਨੇ ਕੁਝ ਨਾ ਕੁਝ ਮਿਹਨਤ ਤਾਂ ਕੀਤੀ ਹੈ ਵੀ ਮੈਨੂੰ ਇਹ ਢੋ ਕੇ ਲਿਆਇਆ ਘਰ ਤੱਕ, ਤਾਂ ਇਸ ਦਾ ਜਿਹੜਾ ਬਣਦਾ ਹੱਕ ਜਾਂ ਬਣਦੇ ਪੈਸੇ ਤਾਂ ਇਸ ਨੂੰ ਦਿੱਤੇ ਜਾਣੇ ਚਾਹੀਦੇ ਹਨ। ਡਰਪੋਕ ਹੈ, ਡਰਦੀ ਵੀ ਹੈ, ਉਸ ਨੂੰ ਸ਼ਾਇਦ ਇਸ ਗੱਲ ਦਾ ਡਰ ਹੈ ਵੀ ਕਿਸੇ ਦਾ ਪੈਸਾ ਮਾਰਿਆ ਹੋਇਆ ਅਨਹੱਕ ਪੈਸਾ ਪਤਾ ਨਹੀਂ ਇਸ ਨੇ ਪਰਿਵਾਰ ਦਾ ਸਮਾਜ ਦਾ ਕੀ ਨੁਕਸਾਨ ਕਰ ਦੇਣਾ ਹੈ। ਸਮਝੌਤੇਬਾਜ਼ ਹੈ, ਸਮਝੌਤਾ ਕਰਨਾ ਚਾਹੁੰਦੀ ਹੈ ਵੀ ਸਮਝੌਤਾ ਕਰ ਲਿਆ ਜਾਵੇ, ਚਲੋ 3 ਰੁਪਏ ਉਸ ਨੂੰ ਦੇ ਦਿੱਤੇ ਜਾਣ। ਤੇ ਬਾਕੀ ਦੂਜਾ ਉਹ ਸੇਵਾ ਭਾਵ ਕਰਨ ਵਾਲੀ ਵੀ ਹੈ, ਉਹ ਗਰੀਬ ਗਰੂਬੇ ਨੂੰ ਚਾਹ ਪਾਣੀ ਦੀ ਵੀ ਸੇਵਾ ਕਰਨ ਤੋਂ ਗੁਰੇਜ਼ ਨਹੀਂ ਕਰਦੀ। ਉਹ ਸੇਵਾ ਮਤਲਬ ਜਿਹੜਾ ਰਿਕਸ਼ੇ ਵਾਲੇ ਲਈ ਚਾਹ ਦਾ ਕੱਪ ਵੀ ਬਣਾਉਂਦੀ ਹੈ, ਪਰੰਤੂ ਜਦੋਂ ਰਿਕਸ਼ੇ ਵਾਲਾ ਚਲਾ ਜਾਂਦਾ ਹੈ ਤਾਂ ਉਸ ਨੂੰ ਉਹ ਚਾਹ ਦਾ ਕੱਪ ਵੀ ਸਰਵ ਨਹੀਂ ਕਰ ਸਕਦੀ, ਉਹ ਨਹੀਂ ਦੇ ਸਕਦੀ। ਆਹ ਬੇਟਾ ਕੁਝ ਜਿਹੜੇ ਤੁਹਾਡੇ ਪ੍ਰਸ਼ਨ ਨੇ ਇਹਦੇ ਵਿੱਚ ਆਏ ਨੇ, ਇਹਨਾਂ ਦੀ ਜਿਹੜੀ ਆਪਾਂ ਚਰਚਾ ਕੀਤੀ ਹੈ। ਤੇ ਕੱਲ ਤੋਂ ਆਪਾਂ ਜਿਹੜਾ ਹੈ ਇੱਕ ਨਵੀਂ ਕਹਾਣੀ ਸ਼ੁਰੂ ਕਰਾਂਗੇ। ਕਰੋਨਾ ਵਰਗੀ ਮਹਾਮਾਰੀ ਤੋਂ ਬਚਣ ਦੇ ਲਈ ਘਰਾਂ ਦੇ ਵਿੱਚ ਸਟੇ ਹੋਮ, ਸਟੇ ਸੇਫ, ਤੇ ਪਰੰਤੂ ਪੜ੍ਹਾਈ ਜਿਹੜੀ ਤੁਹਾਡੇ ਵੱਲੋਂ ਜਾਰੀ ਰੱਖਿਆ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਜਿਹੜਾ ਹੈ ਮੈਂ ਪ੍ਰਿੰਸੀਪਲ ਸੁਰੇਸ਼ ਕੁਮਾਰ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਮੇਰੇ ਆ ਲੈਕਚਰ ਜਿਹੜੇ ਨੇ ਸਮੁੱਚੇ ਵਿਦਿਆਰਥੀ ਵਰਗ ਲਈ ਜਿਹੜਾ ਪੋਸਟ ਕਰੋ ਤਾਂ ਜੋ ਉਹਨਾਂ ਨੂੰ ਫਾਇਦਾ ਹੋ ਸਕੇ। ਥੈਂਕ ਯੂ ਵੈਰੀ ਮੱਚ। ਓਕੇ।